ਪੰਥਕ ਤੇ ਕਾਮਰੇਡ ਵਾਲੀ ਹੋਈ ਪਈ ਹੈ ਜੀ। नहीं वो खत्म होएगी। मैं साडा जी असीं इत्थे जी महासभा रखी आ, साडा मुख एजेंडा यह है। कई बार जदों गल हुंदी है तो कुछ आगूआं ने यह भी कह दिता सीगा भी दीप लखा सिधाना साडा बच्चा, दीप सिद्धू सरकारी बंदा। नहीं नहीं, मैं मेरी स्टेज तो तुसीं जां मेरी वाइट कढ़ा के किते देख लिओ, मैं किते नहीं कहा भी कोई सरकारी बंदा। जे लखा सिधाना आके इत्थे बोलदा उहनूं बोलण दित्ता जाएगा, किसी तरह ऑब्जैक्शन तो नहीं होएगा। ਉਹ ਸਾਡਾ ਵੀਰ ਆ ਲੱਖਾ। ਮੈਂ ਤਾਂ ਕਹੂੰਗਾ ਦਿਲੋਂ ਆਪਾਂ ਜੇ ਨਾਲ ਵਾਂ ਤਾਂ ਸਗੋਂ ਨੂੰ ਇਹ ਚਾਹੀਦਾ ਵੀ ਵੱਧ ਤੋਂ ਵੱਧ ਨੌਜਵਾਨ ਵੀ ਸ਼ਾਮਲ ਹੋਵੋ ਉੱਥੇ। ਮੇਰੀ ਕੋਈ ਗੱਲ ਨਹੀਂ, ਮੈਂ ਨਾਲ ਹੀ ਹਾਂ। ਇਸੇ ਤਰ੍ਹਾਂ ਸਾਡਾ ਦੀਪ ਵੀਰ ਉਹ ਵੀ ਕਹਿ ਦੇਵੇ ਵੀ ਵੱਧ ਤੋਂ ਵੱਧ ਨੌਜਵਾਨ ਉੱਥੇ ਜਾਓ ਬਈ, ਮੈਂ ਨਾਲ ਹੀ ਹਾਂ। ਬੱਤੀ ਜਥੇਬੰਦੀਆਂ ਇੱਥੇ ਆ ਰਹੀਆਂ ਜੀ ਜਾਂ ਕਿਵੇਂ? ਬੱਤੀਆਂ ਦੇ ਵਿੱਚੋਂ ਮੈਂ ਸਮਝਦਾ ਕਿ 15 ਤੋਂ 20 ਦੇ ਵਿੱਚ ਆਗੂ ਜਿਹੜੇ ਆ ਉਹ 16-17 ਹੋ ਜਾਣ, 20 ਵੀ ਹੋ ਜਾਣ, ਜਿਹੜੇ ਬੱਤੀਆਂ ਚੋਂ ਇੰਨੇ ਆਗੂ ਇੱਥੇ ਹਾਜ਼ਰ ਹੋਣਗੇ, ਆਉਣਗੇ। ਤੇ ਜੀ ਆਪਣਾ ਇਜਾਜ਼ਤ ਮਿਲ ਗਈ ਜੀ ਰੈਲੀ ਦੀ? ਦੇਖੋ ਮੈਂ ਇੱਕ ਗੱਲ ਕਹਾਂ, ਨਾ ਕਿਸਾਨਾਂ ਨੇ ਅੱਜ ਤੱਕ ਕੋਈ ਇਜਾਜ਼ਤ ਲਈ ਹੈ ਤੇ ਨਾ ਲੈਣੀ ਹੈ। ਕਲੀਅਰ ਕੱਟ ਹੈ ਇਦਾਂ ਦੀ ਕੋਈ ਗੱਲ ਨਹੀਂ ਇਜਾਜ਼ਤ ਵਾਲੀ। ਤਾਂ ਕਹਿੰਦੇ ਕਰੋਨਾ ਜ਼ਿਆਦਾ ਆ ਗਿਆ ਜੀ ਇੱਥੇ। ਕਿਹੜਾ ਕਰੋਨਾ ਜੀ? ਅਸੀਂ ਅੱਜ ਤੱਕ 8 ਮਹੀਨੇ ਹੋ ਗਏ ਕਰੋਨਾ ਹੀ ਮਾਰੀ ਜਾਂਦੇ, ਕਦੇ ਇੱਥੇ ਦਾ ਮਾਰਤਾ ਕਦੇ ਦਿੱਲੀ ਦਾ ਮਾਰਤਾ। ਜਿਹੜਾ ਹੁਣ ਆ ਅਸੀਂ ਮੁੜ ਆ ਗਏ, ਹੁਣ ਆ ਦੇਖਿਓ ਰੈਲੀ ਹੁੰਦੀ, ਇੱਥੇ ਵੀ ਕਰੋਨਾ ਮਾਰ ਕੇ ਜਾਵਾਂਗੇ, ਕੋਈ ਗੱਲ ਨਹੀਂ। ਇਸ ਵੇਲੇ ਅਸੀਂ ਖਟਕੜ ਕਲਾਂ ਵਿਖੇ ਖੜੇ ਹਾਂ ਕਿਉਂਕਿ 23 ਮਾਰਚ ਆਉਣ ਵਾਲੀ ਹੈ ਤੇ ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਸਮਾਗਮ ਜਿਹੜੇ ਇੱਥੇ ਹੁੰਦੇ ਨੇ ਤੇ ਹੁਣ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਤੇ ਉਸੇ ਦੇ ਕਰਕੇ ਅੱਜ ਕਿਸਾਨ ਜਥੇਬੰਦੀਆਂ ਦੀ ਵੀ ਇੱਕ ਮੀਟਿੰਗ ਇੱਥੇ ਹੁੰਦੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਵੀ ਸ਼ਾਮਲ ਰਹਿੰਦੇ ਨੇ। ਕੁਲਵੰਤ ਸਿੰਘ ਸੰਧੂ ਜੀ ਤੇ ਮਨਜੀਤ ਸਿੰਘ ਰਾਏ ਸਾਹਿਬ ਗੱਲਬਾਤ ਕਰਦੇ ਹਾਂ। ਰਾਏ ਸਾਹਿਬ, ਕਿਵੇਂ ਦੀ ਮੀਟਿੰਗ ਜਿਹੜੀ ਹੁਣ ਕੀਤੀ ਗਈ ਹੈ ਜੀ, ਕੀ ਸੁਨੇਹਾ ਹੈ? ਦਰਅਸਲ ਸਾਡੀ 23 ਦੀ ਕਿਸਾਨ ਮਜ਼ਦੂਰ ਤੇ ਨੌਜਵਾਨ ਏਕਤਾ ਮਹਾਸਭਾ ਰੱਖੀ ਗਈ ਹੈ। ਉਹਦੀ ਰੂਪਰੇਖਾ ਤਿਆਰ ਕਰਨ ਵਾਸਤੇ ਉਸ ਦਿਨ ਦੇ ਪ੍ਰੋਗਰਾਮ ਦੀ ਉਹਦੇ ਵਾਸਤੇ ਮੀਟਿੰਗ ਬੁਲਾਈ ਗਈ ਸੀ। ਸੋ ਉਹਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਉਹਦੇ ਵਿੱਚ ਸਾਡੀ ਪ੍ਰਬੰਧਨ ਕਮੇਟੀ, ਉਹਦੇ ਵਿੱਚ ਸੰਚਾਲਨ ਕਮੇਟੀ, ਉਹ ਵਿਚਾਰ ਚਰਚਾ ਸਾਰੀ ਹੋਈ ਹੈ ਔਰ ਉਹਦੇ ਬਾਰੇ ਕੱਲ ਕਲੀਅਰ ਕਰਕੇ ਤੇ ਕੱਲ ਹੋ ਸਕਦਾ ਵੀ ਪ੍ਰੈਸ ਦੇ ਵਿੱਚ ਉਹਨੂੰ ਰਿਲੀਜ਼ ਵੀ ਕਰ ਦਿਆਂਗੇ। ਕਿਵੇਂ, ਕਿੰਨਾ ਕੁ ਇਕੱਠ ਕਰ ਰਹੇ ਹੋ ਜੀ ਇੱਥੇ? ਉਮੀਦ ਹੈ ਕਿ ਜਿਹੜਾ 1 ਲੱਖ ਦੇ ਕਰੀਬ ਇਕੱਠ ਹੋਏਗਾ। ਤੇ ਬੱਤੀ ਜਥੇਬੰਦੀਆਂ ਇੱਥੇ ਆ ਰਹੀਆਂ ਜੀ ਜਾਂ ਕਿਵੇਂ? ਬੱਤੀਆਂ ਦੇ ਵਿੱਚੋਂ ਮੈਂ ਸਮਝਦਾ ਕਿ 15 ਤੋਂ 20 ਦੇ ਵਿੱਚ ਆਗੂ ਜਿਹੜੇ ਆ ਉਹ 16-17 ਹੋ ਜਾਣ, 20 ਵੀ ਹੋ ਜਾਣ, ਜਿਹੜੇ ਬੱਤੀਆਂ ਚੋਂ ਇੰਨੇ ਆਗੂ ਇੱਥੇ ਹਾਜ਼ਰ ਹੋਣਗੇ, ਆਉਣਗੇ ਜੀ। ਬਹੁਤ ਸਾਰੀਆਂ ਮੀਟਿੰਗ ਦੇ ਵਿੱਚ ਉਦੋਂ ਵਿਚਾਰ ਚਰਚਾ ਇਹ ਵੀ ਹੋ ਰਹੀ ਸੀ ਵੀ ਸਾਡਾ ਮਕਸਦ ਇਸ ਮੀਟਿੰਗ ਦੇ ਲਈ ਇਹ ਵੀ ਹੈ, ਇਸ ਰੈਲੀ ਦਾ, ਵੀ ਜਿਹੜੇ ਨੌਜਵਾਨ ਗੁੱਸੇ ਹੋਏ ਨੇ ਜਾਂ ਰੁੱਸੇ ਹੋਏ ਨੇ ਉਹਨਾਂ ਨੂੰ ਮਨਾਉਣਾ। ਤਾਂ ਉਹ ਕਿਹੜੇ ਨੌਜਵਾਨਾਂ ਦੀ ਗੱਲ ਹੋਈ ਹੈ ਜੀ? ਦੇਖੋ ਅਸੀਂ ਉਸ ਦੇ ਵਿੱਚ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਦੇ ਵਿੱਚ ਕੇਵਲ ਤੇ ਕੇਵਲ ਇੱਕੋ ਹੀ ਗੱਲ ਨੌਜਵਾਨਾਂ ਦੀ ਨਹੀਂ ਹੈ। ਅਸੀਂ ਜਿਹੜਾ ਮੈਸੇਜ, ਜਿਹੜਾ ਸੰਦੇਸ਼ ਕਿਤੇ ਨਾ ਕਿਤੇ ਨਿਰਾਸ਼ਾ ਜੀ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ ਸੀ ਵੀ ਸ਼ਾਇਦ ਕੁਛ ਆਗੂ ਜਿਹੜੇ ਨੇ ਉਹ ਆਪਣੀ ਮਨਮਰਜ਼ੀ ਕਰਦੇ ਨੇ। ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਪਹਿਲੇ ਦਿਨ ਗਏ ਸੀ, ਲੰਗਰਾਂ ਵਾਲੇ ਬਾਬੇ ਗਏ, ਨੌਜਵਾਨ ਗਏ ਬਾਰਡਰ ਤੋੜਦੇ, ਅੱਜ ਉਹ ਸੰਦੇਸ਼ ਮੁੜ ਪੈਦਾ ਹੋਵੇ। ਇਹ ਸਿੰਗਰ ਵੀਰ ਵੀ ਇੱਥੇ ਆਉਣਗੇ, ਇਕੱਲੇ ਨੌਜਵਾਨ ਹੀ ਨਹੀਂ, ਸਿੰਗਰ ਵੀਰ ਵੀ ਆਉਣਗੇ ਵੱਡੀ ਮਾਤਰਾ 'ਚ। ਗੇਮ ਪੰਥਕ ਤੇ ਕਾਮਰੇਡ ਵਾਲੀ ਹੋਈ ਪਈ ਹੈ ਜੀ। ਨਹੀਂ ਉਹ ਖਤਮ ਹੋਏਗੀ। ਮੈਂ ਸਾਡਾ ਅਸੀਂ ਇੱਥੇ ਜਿਹੜੀ ਮਹਾਸਭਾ ਰੱਖੀ ਆ, ਸਾਡਾ ਮੁੱਖ ਏਜੰਡਾ ਇਹ ਹੈ ਕਿ ਇਹਨੂੰ ਅਸੀਂ ਜਿਹੜੀ ਇਹ ਬਣੀ ਹੋਈ ਗੱਲ ਵੀ ਇੱਕ ਵਖਰੇਵਾਂ ਪੈਦਾ ਨਜ਼ਰ ਆਉਂਦਾ ਵੀ ਜਿਹੜੀਆਂ ਸ਼ਾਇਦ ਕੁਛ ਜਥੇਬੰਦੀਆਂ ਕਾਮਰੇਡ ਪੱਖੀ ਹੈਗੀਆਂ ਉਹਨਾਂ ਦੇ ਵਿੱਚ ਤੇ ਕੁਛ ਜਥੇਬੰਦੀਆਂ ਜਿਹੜੀਆਂ ਪੰਥਕ ਵਿਚਾਰਾਂ ਵਾਲੀਆਂ, ਕੋਈ ਵਖਰੇਵਾਂ ਤਾਂ ਨਹੀਂ, ਕੋਈ ਪੰਥਕ ਜਥੇਬੰਦੀਆਂ 'ਚ ਵਖਰੇਵਾਂ ਤਾਂ ਨਹੀਂ, ਕੋਈ ਨੌਜਵਾਨਾਂ 'ਚ ਵਖਰੇਵਾਂ ਤਾਂ ਨਹੀਂ। ਉਹ ਸਾਰਾ ਕੁਝ ਦੂਰ ਕਰਨ ਵਾਸਤੇ ਉਹਨੂੰ ਇੱਕ ਜੁਟਤਾ ਨਜ਼ਰ ਆਵੇ, ਇੱਕ ਸੁਮੇਲ ਨਜ਼ਰ ਆਵੇ, ਉਹਦੇ ਵਾਸਤੇ ਇਹ ਜਿਹੜੀ ਅਸੀਂ ਗੱਲ ਰੱਖੀ ਹੈ। ਇਹਦੇ ਵਿੱਚ ਨੌਜਵਾਨ ਵੀ ਵੱਧ ਚੜ੍ਹ ਕੇ ਆਉਣਗੇ ਔਰ ਇਹ ਤੁਸੀਂ ਵੇਖੋਗੇ ਵੀ ਰਿਕਾਰਡ ਤੋੜ ਹੋਏਗਾ ਵੀ ਇਹਦੇ ਵਿੱਚ ਨੌਜਵਾਨ ਸ਼ਾਮਲ ਹੋਣਗੇ। ਨੌਜਵਾਨਾਂ ਨੂੰ ਖੁੱਲ੍ਹਾ ਸੱਦਾ ਹੈ। ਤੁਹਾਨੂੰ ਇਹ ਲੱਗਦਾ ਵੀ ਦੋਵੇਂ ਸਾਈਡ ਤੋਂ ਜਿਹੜੇ ਕਾਮਰੇਡ ਨੇ ਤੇ ਜਿਹੜੇ ਪੰਥਕ ਨੇ ਕੁਛ ਨਾ ਕੁਛ ਤਿਆਗ ਕਰਨਾ ਪਊਗਾ ਤਾਂ ਇਹ ਕੰਮ ਚੱਲੂਗਾ ਜੀ? ਆਪਾਂ ਪੰਥਕ ਦੂਜੀ ਧਿਰ ਵੀ ਪੂਰੀ ਕੱਟੜ ਨਹੀਂ ਹੋ ਸਕਦੀ, ਪਹਿਲੀ ਧਿਰ ਵੀ ਪੂਰੀ ਕੱਟੜ ਨਹੀਂ ਹੋ ਸਕਦੀ? ਨਹੀਂ, ਮੈਂ ਤੇ ਤੁਸੀਂ ਮੇਰਾ ਕੱਲ ਦਾ ਸਟੇਜ ਤੋਂ ਮੈਂ ਸਪੀਚ ਕੀਤੀ ਸੀ, ਬਹੁਤ ਗੁੱਸੇ 'ਚ ਸੀ ਤੁਸੀਂ ਕੱਲ। ਚੈੱਕ ਕਰ ਲਿਓ। ਮੈਂ ਤਾਂ ਕਿਹਾ ਵੀ ਆਪਾਂ ਸਾਡੇ ਨੇ ਉਹ ਬੱਚੇ ਜਿਹੜੇ ਵੀ ਨੌਜਵਾਨ ਨੇ ਔਰ ਸਾਰੇ ਹੀ ਅਸੀਂ ਜਿਹੜੇ ਮੇਨ ਆਗੂ ਨੇ, ਚਾਹੇ ਉਹ ਸਾਡੇ ਕਾਮਰੇਡ ਭਰਾ ਨੇ, ਚਾਹੇ ਅਸੀਂ ਆ,
ਕਾਮਰੇਡ ਇੱਕ ਵਿਚਾਰਧਾਰਾ ਹੈ ਤਾਂ ਸਾਰੇ ਪੰਜਾਬ ਦੇ ਹੀ ਨੇ, ਇੱਕੋ ਹੀ ਵਿਚਾਰਧਾਰਾ ਚੋਂ ਪੈਦਾ ਹੋਏ ਨੇ, ਇੱਕੋ ਹੀ ਘਰਾਂ ਚੋਂ ਪੈਦਾ ਹੋਏ ਨੇ। ਸਾਨੂੰ ਕਲਾਵਾ ਵੱਡਾ ਕਰਨਾ ਪਊ, ਅਸੀਂ ਸਾਰਿਆਂ ਨੂੰ ਕਲਾਵੇ ਚ ਲਈਏ, ਨੌਜਵਾਨਾਂ ਨੂੰ, ਆਪਣੇ ਜਿਹੜੇ ਸਾਡੇ ਤੋਂ ਥੋੜ੍ਹੇ ਬਹੁਤ ਕਿਤੇ ਨਾ ਕਿਤੇ ਨਿਰਾਸ਼ਾ 'ਚ ਨੇ ਉਹ ਕਿਸਾਨ ਵੀਰਾਂ ਨੂੰ, ਸਾਰਿਆਂ ਨੂੰ ਕਲਾਵੇ 'ਚ ਲੈ ਕੇ ਇੱਕ ਸੁਮੇਲ ਬਣਾਈਏ। ਸਾਡੀ ਇਹ 23 ਵਾਲੀ ਰਿਕਾਰਡ ਤੋੜ ਮਹਾਸਭਾ ਹੋਏਗੀ ਔਰ ਇਹਦੇ ਵਿੱਚ ਇਹ ਗੱਲ ਪੈਦਾ ਹੋ ਜਾਏਗੀ, ਮੁੜ ਉਹ ਗੱਲ ਸੰਜੀਦਾ ਅਸੀਂ ਕਰਨੀ ਚਾਹੁੰਦੇ ਹਾਂ ਨਜ਼ਰ ਆਏਗੀ, ਜਿਹੜੀ ਗੱਲ ਸ਼ੁਰੂ 'ਚ ਜਿਸ ਦਿਨ ਅੰਦੋਲਨ ਦਿੱਲੀ ਲੈ ਕੇ ਗਏ ਆ, ਜਿਵੇਂ ਨੌਜਵਾਨ ਵੱਧ ਚੜ੍ਹ ਕੇ ਗਏ ਆ, ਹੋਰ ਜਥੇਬੰਦੀਆਂ ਗਈਆਂ ਧਾਰਮਿਕ, ਉਹ ਸਾਰੀਆਂ ਇਕਜੁੱਟ ਕਰ ਲਈਏ। ਰਾਏ ਸਾਹਿਬ, ਜਦੋਂ ਵੀ ਗੱਲ ਨੌਜਵਾਨਾਂ ਦੀ ਹੁੰਦੀ ਹੈ, ਗੱਲ ਲੱਖੇ ਸਿਧਾਣੇ ਤੇ ਦੀਪ ਸਿੱਧੂ ਦੀ ਤੁਰ ਪੈਂਦੀ ਹੈ। ਕਈ ਵਾਰ ਜਦੋਂ ਗੱਲ ਹੁੰਦੀ ਹੈ ਤਾਂ ਕੁਝ ਆਗੂਆਂ ਨੇ ਇਹ ਵੀ ਕਹਿ ਦਿੱਤਾ ਸੀਗਾ ਵੀ ਲੱਖਾ ਸਿਧਾਣਾ ਸਾਡਾ ਬੱਚਾ, ਦੀਪ ਸਿੱਧੂ ਸਰਕਾਰੀ ਬੰਦਾ। ਨਹੀਂ, ਮੈਂ ਮੇਰੀ ਸਟੇਜ ਤੋਂ ਤੁਸੀਂ ਜਾਂ ਮੇਰੀ ਵਾਈਟ ਕਢਾ ਕੇ ਕਿਤੇ ਦੇਖ ਲਿਓ, ਮੈਂ ਕਿਤੇ ਨਹੀਂ ਕਿਹਾ ਵੀ ਕੋਈ ਸਰਕਾਰੀ ਬੰਦਾ। ਮੈਂ ਇਹ ਗੱਲ ਆਖੀ ਹੈ ਕਿ ਜੋਸ਼ 'ਚ ਆ ਕੇ ਨੌਜਵਾਨਾਂ ਨੇ, ਕਈ ਵਾਰੀ ਜੋਸ਼ 'ਚ ਆ ਕੇ ਬੰਦਾ ਹੋਸ਼ ਤੋਂ ਪਰੇ ਹੋ ਜਾਂਦਾ, ਸੋ ਕਿਤੇ ਨਾ ਕਿਤੇ ਗਲਤੀਆਂ, ਅਸੀਂ ਵੀ ਗਲਤੀਆਂ ਕਰਦੇ ਹਾਂ ਜ਼ਿੰਦਗੀ 'ਚ, ਇਨਸਾਨ ਗਲਤੀਆਂ ਦਾ ਪੁਤਲਾ, ਗਲਤੀ ਹੋ ਜਾਂਦੀ ਆ, ਪਰ ਸਾਡੇ ਹੀ ਨੇ, ਉਹ ਸਾਡੇ ਪੰਜਾਬ ਦੇ ਪੁੱਤਰ ਨੇ। ਸਰਕਾਰ ਸਾਡੇ ਉਸ ਨੌਜਵਾਨਾਂ ਦੇ ਜੋਸ਼ ਨੂੰ ਵਰਤ ਗਈ। ਜਿਹੜੀ ਸਰਕਾਰ ਸੈਂਟਰ 'ਚ ਬੈਠੀ ਹੈ ਉਹ ਬੜੀ ਚਲਾਕ ਹੈ, ਉਹਨਾਂ ਦੇ ਬੰਦੇ ਵਿੱਚ ਘੁੰਮਦੇ ਨੇ IB ਵਾਲੇ, ਉਹਨਾਂ ਨੂੰ ਪਤਾ ਸੀ ਵੀ ਨੌਜਵਾਨਾਂ 'ਚ ਬੜਾ ਇਸ ਲਈ ਗੁੱਸਾ ਹੈ, ਜੋਸ਼ ਹੈ, ਇਹਨੂੰ ਗੁੱਸੇ ਨੂੰ ਕਿਵੇਂ ਵਰਤਣਾ। ਉਹਨਾਂ ਨੇ ਉਹ ਬਾਰਡਰ ਖੋਲ੍ਹਤੇ ਜਿੱਧਰ ਨਹੀਂ ਜਾਣਾ ਸੀ, ਜਿਹੜੇ ਸਾਨੂੰ ਰੂਟ ਦਿੱਤੇ ਹੋ ਸੀ, ਨੌਜਵਾਨ ਉੱਧਰ ਨਹੀਂ ਗਏ। ਮੈਂ ਗਿਆ ਉਹਨਾਂ ਦੇ ਨਾਲ, ਨੌਜਵਾਨਾਂ ਦੇ ਉਸ ਦਿਨ ਲਗਭਗ ਮੇਰੀ ਸਿਕਿਉਰਿਟੀ ਦੀ ਡਿਊਟੀ ਸੀ, ਲਗਭਗ 2 ਘੰਟੇ ਮੈਂ ਮੁਕਰਵਾ ਚੌਂਕ ਦੇ ਵਿੱਚ ਖੜਾ ਰਿਹਾ, ਮੋੜਦਾ ਰਿਹਾ, ਨਹੀਂ ਮੁੜੇ, ਗੁੱਸੇ 'ਚ ਸਨ ਨੌਜਵਾਨ। ਸਰਕਾਰ ਨੂੰ ਕਿਹਾ ਤਿੰਨੇ ਕਾਲੇ ਕਾਨੂੰਨ ਵਾਪਸ ਕਰੋ, ਨਹੀਂ ਕੀਤੇ। ਸਰਕਾਰ ਨੂੰ ਕਿਹਾ ਰਿੰਗ ਰੋਡ ਦਿਓ, ਨਹੀਂ ਦਿੱਤਾ। ਨੌਜਵਾਨ ਗੁੱਸਾ ਸੀ ਵੀ ਹੁਣ ਦਿੱਲੀ ਜਾਣਾ ਤੇ ਜਾਣਾ। ਫਿਰ ਉਹ ਜਦੋਂ ਨਹੀਂ ਮੁੜੇ ਤੇ ਮੈਂ ਫਿਰ ਆਪਣੇ ਟਰੈਕਟਰ ਕੱਢੇ ਔਰ ਉਹ ਟਰੈਕਟਰ ਲੈ ਕੇ ਮੈਂ ਪਿੱਛੇ ਗਿਆ ਔਰ ਉਹਨਾਂ ਨੂੰ ਮੋੜ ਕੇ ਲਿਆਏ। ਉੱਥੇ ਮਜਨੂਕਾ ਟਿੱਲਾ ਗੁਰਦੁਆਰਾ ਸਾਹਿਬ ਦੇ ਮੂਹਰਿਓਂ ਅਸੀਂ ਸਾਰੇ ਟਰਨ ਕਰਾਏ, ਕੁਛ ਜਿਹੜੇ ਅੱਗੇ ਨੌਜਵਾਨ ਗਏ ਸਨ, ਅਸੀਂ ਕਿਲੇ ਦੇ ਲਾਲ ਕਿਲੇ ਦੇ ਕੋਲ ਪੁਲ ਕੋਲ ਵੀ ਗਏ, ਉੱਥੋਂ ਵੀ ਮੋੜੇ। ਸਾਡੇ ਨੇ ਬੱਚੇ, ਉਹ ਮਾਮਾ ਨੇ ਪੁੱਤ ਸਾਡੇ ਨਾਲ ਤੋਰੇ, ਵਿਸਲੇ ਕਿਵੇਂ ਛੱਡ ਦਈਏ। ਮੇਰੀ ਤੁਸੀਂ ਉਸ ਦਿਨ ਦੀ ਵਾਈਟ ਕਢਾ ਕੇ ਦੇਖ ਲਿਓ, 26 ਦੀ 7 ਵਜੇ ਦੀ ਮੇਰੀ ਵਾਈਟ ਆ BBC ਤੇ, ਮੈਂ ਉਹਦੇ ਵਿੱਚ ਵੀ ਇਹ ਕਿਹਾ ਵੀ ਸਾਡੇ ਬੱਚੇ ਆ, ਮਾਮਾ ਨੇ ਪੁੱਤ ਸਾਡੇ ਨਾਲ ਤੋਰੇ ਨੇ। ਜੇ ਉਹ ਚਲੇ ਗਏ ਗੁੱਸੇ 'ਚ ਤਾਂ ਕੀ ਹੋ ਗਿਆ। ਜੇ ਕਿਸੇ ਮਾਂ ਦਾ ਪੁੱਤ, ਕਿਸੇ ਪਿਓ ਦਾ ਪੁੱਤ ਗਲਤੀ ਕਰਕੇ ਥਾਣੇ ਚਲੇ ਜਾਵੇ, ਕੀ ਉਹਨੂੰ ਛਡਾਉਣ ਨਹੀਂ ਜਾਂਦੇ? ਤਾਂ ਫਿਰ ਉਹ ਸਾਡੇ ਨਹੀਂ, ਸਾਡਾ ਫਰਜ਼ ਨਹੀਂ ਬਣਦਾ। ਅਸੀਂ ਉਹਨਾਂ ਨੂੰ ਗਏ, ਵਾਪਸ ਲੈ ਕੇ ਆਏ ਔਰ ਉਹਨਾਂ ਨੂੰ ਸੁਖੀ ਸਾਂਦੀ ਆਪਣੇ ਉੱਥੇ ਬਾਰਡਰਾਂ ਤੇ ਆਏ। ਜਿਹੜੇ ਨੌਜਵਾਨ ਪਕੜੇ ਗਏ, ਅਰੈਸਟ ਹੋ ਗਈ, ਉਹਨਾਂ ਤੇ ਵੀ ਲੱਗੇ ਹੋਏ ਆ। ਲਗਭਗ 115-16 ਦੇ ਕਰੀਬ ਨੌਜਵਾਨ ਜਿਹੜੇ ਹੁਣ ਤੱਕ ਰਿਲੀਜ਼ ਕਰਾ ਚੁੱਕੇ ਆ ਔਰ ਉਹ ਸੰਯੁਕਤ ਮੋਰਚਾ ਉੱਤੇ ਡਟਿਆ ਹੋਇਆ ਬਿਲਕੁਲ। ਸੋ ਇਸ ਕਰਕੇ ਇੱਕ ਬੱਚਾ ਜਿਹੜੇ ਅੰਦਰ ਜੇਲ੍ਹ 'ਚ ਹੈਗੇ ਵੀ ਨੇ, ਇੱਕ ਬੱਚਾ ਉਹਨੂੰ ਛਡਾਵਾਂਗੇ। ਸਾਡੇ ਪੰਜਾਬ ਦੇ ਪੁੱਤਰ ਨੇ, ਪੰਜਾਬ ਦੀ ਲੜਾਈ ਲੜਦੇ ਨੇ, ਉਹ ਸਾਡੇ ਜੋਸ਼ ਨੂੰ ਵਰਤ ਗਈ ਸਰਕਾਰ। ਉਹ ਕਿਸੇ ਸਰਕਾਰ ਨਾਲ ਕੋਈ ਨਹੀਂ ਰਲਿਆ ਹੋਇਆ, ਪਹਿਲੀ ਗੱਲ ਕਲੀਅਰ ਹੈ। ਐਵੇਂ ਕਿਸੇ ਤੇ ਦੋਸ਼ ਲਾਈ ਜਾਈਏ, ਨੋ। ਇਹ ਆ ਕਿ ਸਾਡਾ ਜਿਹੜਾ ਗੁੱਸਾ ਸੀ, ਸਾਡਾ ਰੋਹ ਸੀ, ਸਾਡਾ ਜੋਸ਼ ਸੀ, ਉਹਨੂੰ ਇਹ ਬੜੀ ਚਲਾਕ ਸਰਕਾਰ ਹੈ, ਉਹ ਵਰਤ ਗਈ। ਤੇ ਦੀਪ ਸਿੱਧੂ ਦੀ ਬਾਰੇ ਦੀ ਵੀ ਤੁਸੀਂ ਗੱਲ ਸਪਸ਼ਟ ਕੀਤੀ, ਕਿਉਂਕਿ ਤੁਸੀਂ ਸਾਰਿਆਂ ਨੂੰ ਕਹਤਾ, ਇਹਦਾ ਮਤਲਬ ਦੀਪ ਸਿੱਧੂ ਵਿੱਚੇ ਆ ਰਿਹਾ। ਵਿੱਚੇ ਹੀ ਨੇ ਸਾਰੇ, ਸਾਰੇ ਪੰਜਾਬ ਦੇ ਪੁੱਤਰ ਜਿੰਨੇ ਵੀ ਨੇ ਸਾਰੇ। ਤੁਹਾਨੂੰ ਲੱਗਦਾ ਵੀ ਜਿਹੜੇ ਆਗੂਆਂ ਨੇ ਦੀਪ ਸਿੱਧੂ ਬਾਰੇ ਆਉਣ ਦੀ ਸਾਰ ਕਿਹਾ ਸੀ ਵੀ ਉਹ ਗਦਾਰ ਹੈ ਜੀ, ਇਹ ਗਦਾਰ, ਵੀ ਉਹ ਹੁਣ ਵਾਪਸ ਉਹਨਾਂ ਨੂੰ ਪਰਤਣਾ ਚਾਹੀਦਾ ਹੈ, ਵੀ ਅਸੀਂ ਜਲਦਬਾਜ਼ੀ ਦੇ ਵਿੱਚ ਉਹ ਗੱਲਾਂ ਕਰੀਆਂ, ਕਿਉਂਕਿ ਸਾਨੂੰ ਏਕਾ ਨਹੀਂ ਦਿਖ ਰਿਹਾ, ਧਿਰਾਂ ਲੱਗ ਰਹੀਆਂ ਵੀ ਇਹਦਾ ਫਾਇਦਾ ਸਰਕਾਰ ਉਠਾ ਸਕਦੀ ਹੈ। ਹਾਲਾਂਕਿ ਤੁਸੀਂ ਕੱਲ੍ਹ ਕਿਹਾ ਸੀ ਸਰਕਾਰ ਅੰਦਰ ਭਾਜਪਾ ਜਿਹੜੀ ਦੇ ਅੰਦਰ ਫੁੱਟ ਪੈਂਦੀ ਨਜ਼ਰ ਆ ਰਹੀ ਹੈ, ਪਰ ਫੁੱਟ ਉਹਨਾਂ ਨੂੰ ਇੱਧਰ ਵੀ ਦਿਸ ਰਹੀ ਹੈ ਜੀ। ਨਹੀਂ, ਕੋਈ ਫੁੱਟ ਨਹੀਂ ਹੈ, ਅਸੀਂ ਸਾਰੇ ਇਕੱਠੇ ਹਾਂ। ਅਸੀਂ ਦੇਖੋ ਅੱਜ ਤੇ ਇਕੱਠੇ ਹੋ ਕੇ ਰੈਲੀ ਕਰ ਰਹੇ ਹਾਂ। ਇਹ ਜ਼ਰੂਰ ਹੁੰਦਾ ਵੀ ਹਰ ਇੱਕ ਆਗੂ ਦੀ ਆਪਣੀ ਆਪਣੀ ਵਿਚਾਰਧਾਰਾ, ਇੱਕ ਮਾਂ ਦੇ 5 ਪੁੱਤਰ ਹੈ, ਉਹਨਾਂ ਦੀ ਅਲੱਗ-ਅਲੱਗ ਸੋਚ ਹੁੰਦੀ ਹੈ, ਪਰ ਹੈ ਤਾਂ ਇੱਕੋ ਮਾਂ ਦੇ ਪੁੱਤ ਆ ਨਾ। ਇਸ ਕਰਕੇ ਕੋਈ ਏਡੀ ਗੱਲ ਨਹੀਂ, ਇਹ ਜਿੰਨੀਆਂ ਜਥੇਬੰਦੀਆਂ ਇੱਕੋ ਮਾਂ ਦੇ ਪੁੱਤਰ ਹੈ, ਪੰਜਾਬ ਦੀ ਜਿਹੜੀ ਧਰਤ ਮਾਤਾ ਉਹਦੇ ਪੁੱਤਰ ਨੇ ਔਰ ਇਹ ਇੱਕੋ ਹੀ ਮਾਂ ਦੀ ਕੁੱਖੋਂ ਜਨਮੇ ਨੇ, ਪੰਜਾਬ ਦੇ ਕੁੱਖੋਂ ਜਨਮੇ ਨੇ। ਔਰ ਇਹ ਵਿਚਾਰਧਾਰਾ ਥੋੜ੍ਹੀ ਬਹੁਤ ਡਿਫਰੈਂਟ ਹੋ ਸਕਦੀ ਹੈ, ਉਹਨੂੰ ਕੋਈ ਗੱਲ ਨਹੀਂ, ਇਕੱਠਿਆਂ ਕਰ ਲਾਂਗੇ। ਜੇ ਕਿਸੇ ਨੇ ਕੋਈ ਆਗੂ ਨੇ ਬੋਲ ਵੀ ਦਿੱਤਾ, ਉਹ ਪਰਸਨਲੀ ਉਹਦਾ ਵਿਚਾਰ ਹੋ ਸਕਦਾ ਹੈ, ਪਰ ਉਹ 'ਤੇ ਵੀ ਜਿਹੜੀ ਗੱਲ ਹੈ ਮੈਂ ਕਹੂੰਗਾ ਵੀ ਆਪਾਂ ਨੂੰ ਮੁੜਨਾ ਚਾਹੀਦਾ ਹੈ। ਪਰਸਨਲੀ ਵਿਚਾਰ ਵੀ ਤਾਂ ਇੱਕ ਨੈਗੇਟਿਵ ਮੈਸੇਜ ਦਿੰਦਾ, ਜਿਵੇਂ ਕੱਲ ਰੁਲਦੂ ਸਿੰਘ ਮਾਨਸਾ ਸਾਹਿਬ ਕਹਿ ਗਏ ਵੀ ਜਿਹਨੂੰ ਲੱਗਦਾ ਨੌਜਵਾਨੀ ਸਾਡੇ ਕਰਕੇ ਆ, ਅਸੀਂ ਟਕੈਤ ਸਾਹਿਬ ਨੇ ਕੁਝ ਸੜਕਾਂ ਘੇਰੀਆਂ, ਕੁਝ ਅਸੀਂ ਘੇਰੀਆਂ ਹੋਈਆਂ, ਕੁਝ ਉਗਰਾਹਾਂ ਸਾਹਿਬ ਨੇ ਬਥੇਰੀਆਂ ਸੜਕਾਂ ਖਾਲੀ ਪਈਆਂ, ਜਿਹਨੂੰ ਲੱਗਦਾ ਨੌਜਵਾਨ ਸਾਡੇ ਕਰਕੇ ਆ ਉਹ ਆਪਣੀਆਂ ਅਲੱਗ ਘੇਰ ਲੈਣ। ਨਹੀਂ ਦੇਖੋ, ਮੈਂ ਉਹਨਾਂ ਤੋਂ ਬਾਅਦ ਤੁਹਾਨੂੰ ਦੇਖਿਆ ਹੋਊ ਤੁਸੀਂ ਵੀ ਉਹਨਾਂ ਤੋਂ ਬਾਅਦ ਮੈਂ ਬੋਲਿਆ, ਫਿਰ ਜਦੋਂ ਮੈਂ ਬੋਲਿਆ ਉਹਨਾਂ ਤੋਂ ਬਾਅਦ ਤੇ ਉਹ ਮੈਂ ਇਹੀ ਗੱਲ ਆਖੀ ਆ ਉਹਨਾਂ ਤੋਂ ਬਾਅਦ ਵੀ ਭਾਈ ਇਹ ਜਿਹੜਾ ਹੈਗਾ ਇਹਨੂੰ ਘੱਟ ਤੋਂ ਘੱਟ ਸਾਨੂੰ ਆਗੂਆਂ ਨੂੰ ਬੋਲਣ ਵੇਲੇ ਵਿਚਾਰਨਾ ਚਾਹੀਦਾ। ਮੈਂ ਉਸ ਗੱਲ ਨੂੰ ਕੱਟਿਆ ਸਾਰਿਆਂ ਦੀ ਨੂੰ। ਇੱਕ ਨੌਜਵਾਨ ਪਹਿਲਾਂ ਇਹ ਵੀ ਬੋਲਿਆ ਕਿ ਭਾਈ ਜੇ ਨੌਜਵਾਨ ਨਾ ਹੁੰਦੇ
ਤਾਂ ਇਹ ਸ਼ਾਇਦ ਉੱਥੇ ਪਹੁੰਚਦੇ ਨਾ, ਇਹ ਤਾਂ ਸ਼ੰਭੂ ਬਹਿ ਜਾਣੇ ਸੀ। ਉਹਦਾ ਵੀ ਮੈਂ ਜਵਾਬ ਦਿੱਤਾ ਕਿ ਬਾਰਡਰਾਂ ਦੇ ਵਿੱਚੋਂ ਤੁਸੀਂ ਰਿਕਾਰਡ ਕਢਾ ਕੇ ਦੇਖੋ ਮੂਵੀ, ਸ਼ੰਭੂ ਤੋਂ ਲੈ ਕੇ ਸ਼ੰਭੂ 'ਚ ਮੇਰੀ ਜਥੇਬੰਦੀ ਦੇ ਕੁਝ ਨੌਜਵਾਨ ਸੀਗੇ ਮੋਹਰੇ, ਇਹਨਾਂ ਨੇ ਤੋੜਿਆ। ਉਸ ਤੋਂ ਜਦੋਂ ਉਹ ਸ਼ੰਭੂ ਟੁੱਟ ਗਿਆ ਮੈਂ ਵੀ ਪਹੁੰਚ ਗਿਆ ਉਸੇ ਵੇਲੇ, ਔਰ ਉਸ ਤੋਂ ਬਾਅਦ ਨਾ ਜਿੰਨੇ ਬਾਰਡਰ ਟੁੱਟਦੇ ਗਏ ਆ ਮੋਹਰੇ ਰਿਹਾ। ਔਰ ਮੈਂ ਇਹ ਵੀ ਦੱਸਿਆ ਸੀ, ਕੱਲ ਔਨ ਰਿਕਾਰਡ ਹੈ ਇਹ, ਚੈੱਕ ਕਰ ਸਕਦੇ ਆ ਉੱਥੇ ਵਾਈਟਸ ਦੇ ਵਿੱਚ। ਸਭ ਤੋਂ ਪਹਿਲੇ ਸਿੰਘੂ ਬਾਰਡਰ ਮੈਂ ਪਹੁੰਚਿਆ, ਇੱਕ ਪ੍ਰੇਮ ਸਿੰਘ ਭੰਗੂ ਵਿੱਚੋਂ ਹੀ ਨੇ ਸਾਡੇ, ਉਹ ਮੋਹਰੇ ਸੀਗੇ, ਔਰ ਅਸੀਂ ਦੋਵਾਂ ਨੇ ਚੇਨ ਬਣਾ ਕੇ ਮੁੰਡਿਆਂ ਨੂੰ ਬਿਠਾਇਆ। ਜਦੋਂ ਬਿਠਾਇਆ 2 ਘੰਟੇ ਬਿਨਾਂ ਸਪੀਕਰ ਤੋਂ, ਜਿਹੜੀ ਟਰਾਲੀ ਵੀ ਸਪੀਕਰ ਵਾਲੀ ਆਈ ਮਗਰੋਂ ਆਈ, ਬਿਨਾਂ ਸਪੀਕਰ ਤੋਂ ਬੋਲੇ ਆ ਵੀ ਆਪਾਂ ਹੁਣ ਦਿੱਲੀ ਦੀ ਹਿੱਕ ਤੇ ਚੜ੍ਹ ਕੇ ਬਹਿ ਗਏ, ਨੌਜਵਾਨਾਂ ਨੂੰ ਅੱਗੇ ਜਾਣ ਦੀ ਲੋੜ ਨਹੀਂ। ਉੱਥੇ ਬਿਠਾਉਣ ਵੇਲੇ ਵੀ ਅਸੀਂ ਸੀ। ਫਿਰ ਮੈਂ ਕਿਹਾ ਜਦ ਬੱਤੀਆਂ 'ਚੋਂ ਹੀ ਮੈਂ ਆ, ਤੇ ਜੇ ਮੈਂ ਬਾਰਡਰ ਤੋੜਦਾ ਗਿਆ ਤਾਂ ਫਿਰ ਆਪਾਂ ਕਿਵੇਂ ਕਹਿ ਸਕਦੇ ਸਾਰੇ ਉੱਥੇ ਬਹਿ ਗਏ? ਨਹੀਂ, ਬੱਤੀਆਂ ਦੇ ਜੇ ਇੱਕ ਨੇ ਵਿੱਚੋਂ ਬੱਤੀਆਂ ਨੇ ਤੋੜਿਆ ਬਾਰਡਰ, ਤੇ ਫਿਰ ਬੱਤੀਆਂ ਨੇ ਤੋੜਿਆ ਸਾਰੇ ਹੀ। ਇਹ ਜ਼ਰੂਰ ਹੈ ਕਿ ਨੌਜਵਾਨਾਂ ਦੇ ਨਾਲ ਲੱਗ ਕੇ ਤੋੜੇ, ਨੌਜਵਾਨਾਂ ਦੇ ਜੋਸ਼ ਨੇ ਤੋੜੇ। ਇਹ ਨਹੀਂ ਕਹਿ ਸਕਦੇ ਵੀ ਨੌਜਵਾਨ ਵੱਖਰੇ ਆ ਤਾਂ ਅਸੀਂ ਵੱਖਰੇ ਆ, ਇਕੱਠੇ ਆ। ਮੈਂ ਕਿਹਾ ਇਕੱਠੇ ਰਹਿਣ ਦੀ ਗੱਲ ਕਰੋ। ਬਿਲਕੁਲ, ਕਿਉਂਕਿ ਗੱਲ ਤੁਸੀਂ ਬੱਤੀਆਂ ਦੀ ਕੀਤੀ ਹੈ, ਤੇ ਜਿਹੜੇ ਨੌਜਵਾਨਾਂ ਦੇ ਉੱਤੇ ਸਵਾਲ ਚੁੱਕੇ ਗਏ ਨੇ, ਉਹਨਾਂ ਨੇ ਵੀ ਕਦੇ ਕਿਹਾ ਨਹੀਂ ਵੀ ਅਸੀਂ ਵੱਖਰੇ ਆ। ਉਹਨਾਂ ਨੇ ਤਾਂ ਹਮੇਸ਼ਾ ਆਗੂਆਂ ਦੇ ਉੱਤੇ ਭਰੋਸਾ ਜਤਾਇਆ ਜੀ। ਬਿਲਕੁਲ ਬਿਲਕੁਲ, ਉਹਨੇ ਅਲੱਗ-ਅਲੱਗ ਸਟੇਜਾਂ ਤੋਂ ਵੀ ਕਿਹਾ ਕਿ ਜੋ ਸਾਨੂੰ ਬੱਤੀ ਕਹਿਣਗੇ ਉਹ ਅਸੀਂ ਕਰਾਂਗੇ। ਸੋ ਮੈਂ ਤਾਂ ਹੀ ਤੇ ਕਹਿਣਾ ਕਿ ਆਪਾਂ ਇਹ ਸਾਡੀ ਅੱਜ ਦੀ ਜਿਹੜੀ ਇਹ ਮੀਟਿੰਗ ਸੀ, ਜਿਹੜੀ ਅਸੀਂ 23 ਤਰੀਕ ਨੂੰ ਇੱਥੇ ਮਹਾਸਭਾ ਰੱਖ ਰਹੇ ਹਾਂ, ਸਾਡੀ ਵਿਚਾਰ ਹੀ ਇਹ ਸੀ ਜਿਹੜਾ ਉਹ ਵਖਰੇਵਾਂ ਕਿਤੇ ਨਾ ਕਿਤੇ ਲੱਗਦਾ ਉਹਨੂੰ ਦੂਰ ਕਰੀਏ। ਉਹ ਨੌਜਵਾਨ ਵੀ ਸਾਡੇ ਨੇ, ਔਰ ਉਹ ਪੰਜਾਬ ਦੇ ਭਲੇ ਦੀ ਗੱਲ ਕਰਦੇ ਨੇ, ਪੰਜਾਬ ਦੇ ਹੀ ਹੱਕ ਦੀ ਗੱਲ ਕਰਦੇ ਨੇ। ਸੋ ਸਾਡੇ ਤੋਂ ਵੱਖਰੇ ਨਹੀਂ ਹੋ ਸਕਦੇ। ਇਹ ਠੀਕ ਹੈ, ਵਿਚਾਰਕ ਵਖਰੇਵੇਂ ਹੋਣਗੇ, ਉਹ ਦੂਰ ਕਰ ਲਾਂਗੇ ਬਾਅਦ ਦੇ ਵਿੱਚ, ਪਰ ਅੱਜ ਪੰਜਾਬ ਦੇ ਇਸ ਅੰਦੋਲਨ ਨੂੰ ਜਿੱਤਣ ਦੀ ਗੱਲ ਹੈ, ਇਕੱਠੇ ਹੋ ਕੇ ਜਿੱਤੀਏ। ਜੇ ਲੱਖਾ ਸਿਧਾਣਾ ਆ ਕੇ ਇੱਥੇ ਬੋਲਦਾ, ਉਹਨੂੰ ਬੋਲਣ ਦਿੱਤਾ ਜਾਏਗਾ, ਕਿਸੇ ਤਰ੍ਹਾਂ ਓਬਜੈਕਸ਼ਨ ਤੇ ਨਹੀਂ ਹੋਏਗਾ? ਮੈਂ ਇੱਕ ਬੇਨਤੀ ਕਰਾਂਗਾ ਕਿ ਦੇਖੋ, ਅਸੀਂ ਉਹ ਸਾਡਾ ਵੀਰ ਹੈ ਛੋਟਾ, ਔਰ ਉਹ ਪੰਜਾਬ ਦੀ ਲੜਾਈ ਲੜਦਾ ਹੈ। ਮੈਂ ਉਹਨੂੰ ਕਹਾਂਗਾ ਵੀ ਜੇ ਕੋਈ ਇਸ਼ੂ ਬਣਦਾ ਤੇ ਜੇ ਮੇਰੇ ਲਈ ਕੋਈ ਇਸ਼ੂ ਬਣੇ ਤਾਂ ਮੈਂ ਉਹ ਤੋਂ ਗਰੇਜ਼ ਕਰਾਂਗਾ। ਮੈਂ ਹੁਣ ਵੀ ਇੱਥੇ ਕਿਹਾ, ਤੁਸੀਂ ਚੈੱਕ ਕੀਤਾ ਹੋਊ ਮੀਟਿੰਗ ਦੇ ਵਿੱਚ, ਵੀ ਜੇ ਸਮਾਂ ਘੱਟ ਮਿਲੂਗਾ, ਮੈਂ ਹਾਲਾਂਕਿ ਆਰਗੇਨਾਈਜ਼ ਅਸੀਂ ਕਰ ਰਹੇ ਹਾਂ ਮੋਹਰੇ ਹੋ ਕੇ, ਸਾਡੇ ਨਾਲ 5-6 ਜਥੇਬੰਦੀਆਂ ਇੱਥੋਂ ਸਾਰੀਆਂ ਨੇ, ਪਰ ਮੋਹਰੀ ਹੋ ਕੇ ਆਰਗੇਨਾਈਜ਼ ਕਰ ਰਹੇ ਹਾਂ। ਪਰ ਮੈਂ ਇਹ ਗੱਲ ਆਖੀ ਆ ਵੀ ਜੇ ਸਮਾਂ ਘੱਟ ਹੋਊ ਤੇ ਮੈਂ ਨਹੀਂ ਬੋਲਾਂਗਾ। ਜਿਹੜੇ ਸਾਡੇ ਬਾਹਰੋਂ ਬੁਲਾਰੇ ਆਉਣੇ ਆ ਉਹਨਾਂ ਨੂੰ ਬੁਲਾਈਏ। ਇੱਥੇ ਯਾਰ ਅਸੀਂ ਆਪਣੇ ਆਪ ਨੂੰ ਪ੍ਰਮੋਟ ਥੋੜੀ ਕਰਨਾ ਹੈ, ਕੋਈ ਗੱਲ ਨਹੀਂ। ਉਹ ਸਾਡਾ ਵੀਰ ਆ ਲੱਖਾ। ਮੈਂ ਤਾਂ ਕਹੂੰਗਾ ਦਿਲੋਂ ਆਪਾਂ ਜੇ ਨਾਲ ਵਾਂ ਤਾਂ ਸਗੋਂ ਨੂੰ ਇਹ ਚਾਹੀਦਾ ਵੀ ਵੱਧ ਤੋਂ ਵੱਧ ਨੌਜਵਾਨ ਬਈ ਸ਼ਾਮਲ ਹੋਵੋ ਉੱਥੇ। ਮੇਰੀ ਕੋਈ ਗੱਲ ਨਹੀਂ, ਮੈਂ ਨਾਲ ਹੀ ਹਾਂ, ਤਾਂ ਫਿਰ ਉਹ ਗੱਲ ਸੰਦੇਸ਼ ਜਾਵੇ ਤਾਂ ਵਧੀਆ ਜਾਊ। ਇਸੇ ਤਰ੍ਹਾਂ ਸਾਡਾ ਦੀਪ ਵੀਰ ਉਹ ਵੀ ਕਹਿ ਦੇਵੇ ਵੀ ਵੱਧ ਤੋਂ ਵੱਧ ਨੌਜਵਾਨ ਉੱਥੇ ਜਾਓ ਬਈ, ਮੈਂ ਨਾਲ ਹੀ ਹਾਂ। ਸੋ ਬਿਲਕੁਲ ਜੀ, ਅੱਜ ਇੱਕ ਮੀਟਿੰਗ ਹੁੰਦੀ ਹੈ। ਮੀਟਿੰਗ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਬਹੁਤ ਸਾਰੇ ਨੌਜਵਾਨ ਨਿਰਾਸ਼ ਨੇ, ਤੇ ਬਹੁਤ ਸਾਰੇ ਜਿਹੜੇ ਕਿਸਾਨ ਆਗੂ ਡਟੇ ਹੋਏ ਨੇ। ਪਰ ਫਿਰ ਵੀ ਹੁਣ ਗੱਲ ਏਕੇ ਦੀ ਹੋਣੀ ਚਾਹੀਦੀ ਹੈ। ਹਰ ਕੋਈ ਇਹੀ ਚਾਹੁੰਦਾ ਹੈ ਬਈ ਸਾਨੂੰ, ਜਿੱਥੇ ਕੁਝ ਦੋਹੇ ਧਿਰਾਂ ਆਪਣੇ ਕੱਟੜਤਾ ਦਿਖਾ ਰਹੀਆਂ ਨੇ, ਤਾਂ ਕੁਛ ਨਾ ਕੁਛ ਤਿਆਗ ਕਰਕੇ ਸਾਨੂੰ ਏਕਾ ਦਿਖਾਉਣਾ ਚਾਹੀਦਾ, ਕਿਉਂਕਿ ਲੜਾਈ ਕਿਸਾਨੀ ਦੀ ਲੜਾਈ ਹੈ, ਸਾਡੀ ਸਾਂਝੀ ਲੜਾਈ ਹੈ। ਰੋਟੀ ਸਾਰੇ ਖਾਂਦੇ ਨੇ, ਰੋਟੀ ਕਾਮਰੇਡ ਵੀ ਖਾਂਦੇ ਨੇ, ਰੋਟੀ ਪੰਥਕ ਵੀ ਖਾਂਦੇ ਨੇ। ਸੋ ਸਾਨੂੰ ਇਸ ਦੇ ਲਈ, ਕਿਉਂਕਿ ਹਮੇਸ਼ਾ ਹੀ ਆਪਾਂ ਜਦੋਂ ਗੱਲ ਕਰੀਏ ਪਿੱਛੇ ਅੰਦੋਲਨ ਦੇਖੀਏ, ਤਾਂ ਅੰਦੋਲਨਾਂ ਦੇ ਵਿੱਚ ਉਹੀ ਜਿਹੜੇ ਲੋਕ ਜੰਗਾਂ ਜਿੱਤ ਪਾਏ ਨੇ ਜਿੱਥੇ ਗੱਲ ਏਕੇ ਦੀ ਰਹੀ ਹੈ। ਸੋ ਏਕੇ ਦੇ ਲਈ 23 ਮਾਰਚ ਨੂੰ ਜਿਹੜਾ ਇੱਥੇ ਖਟਕੜ ਕਲਾਂ ਵਿਖੇ ਰੈਲੀ ਰੱਖੀ ਜਾ ਰਹੀ ਹੈ, ਤੇ ਇਹਦੀ ਆਪਣਾ ਇਜਾਜ਼ਤ ਮਿਲ ਗਈ ਜੀ ਰੈਲੀ ਦੀ? ਦੇਖੋ, ਮੈਂ ਇੱਕ ਗੱਲ ਕਹਾਂ, ਨਾ ਕਿਸਾਨਾਂ ਨੇ ਅੱਜ ਤੱਕ ਕੋਈ ਇਜਾਜ਼ਤ ਲਈ ਹੈ ਤੇ ਨਾ ਲੈਣੀ ਹੈ। ਕਲੀਅਰ ਕੱਟ ਹੈ ਇਹ। ਸਰਕਾਰਾਂ ਦੀ ਇਹ ਪਾਲਿਸੀ ਹੁੰਦੀ ਹੈ ਜੀ, ਇਹ ਹੁਣ ਇਜਾਜ਼ਤ ਕੈਂਸਲ ਕਰਤੀ। ਮੈਂ ਕਹਿੰਦਾ ਇਜਾਜ਼ਤਾਂ ਦਿੱਤੀਆਂ, ਕਹਿੰਦਾ ਮੈਂ ਯੂਪੀ ਬੰਦਾ ਜਾ ਕੇ ਆਇਆ 7 ਦਿਨ ਪਹਿਲਾਂ ਇਜਾਜ਼ਤ ਦਿੱਤੀ ਉਹ ਸੀ। ਜਦੋਂ ਜੋਗੀ ਜੀ ਨੂੰ ਪਤਾ ਲੱਗਾ ਵੱਡਾ ਇਕੱਠ ਹੋਣਾ, ਰਾਤ ਨੂੰ 11 ਵਜੇ ਕੈਂਸਲ ਕਰਤੀ, ਉਹਨਾਂ ਦੇ ਟੈਂਟ ਪਟਾਤੇ। ਪਰ ਅਸੀਂ ਕੀਤੀ ਉੱਥੇ ਜਾ ਕੇ, ਅਸੀਂ ਹੁਣ ਵੀ ਕਰਾਂਗੇ। ਇੱਦਾਂ ਦੀ ਕੋਈ ਗੱਲ ਨਹੀਂ ਇਜਾਜ਼ਤ ਵਾਲੀ। ਹੁਣ ਤਾਂ ਕਹਿੰਦੇ ਕਰੋਨਾ ਜ਼ਿਆਦਾ ਆ ਗਿਆ ਜੀ ਇੱਥੇ। ਕਿਹੜਾ ਕਰੋਨਾ ਜੀ? ਅਸੀਂ ਅੱਜ ਤੱਕ 8 ਮਹੀਨੇ ਹੋ ਗਏ ਕਰੋਨਾ ਹੀ ਮਾਰੀ ਜਾਂਦੇ, ਕਦੇ ਇੱਥੇ ਦਾ ਮਾਰਤਾ, ਕਦੇ ਦਿੱਲੀ ਦਾ ਮਾਰਤਾ। ਜਿਹੜਾ ਹੁਣ ਆ ਅਸੀਂ ਮੁੜ ਆ ਗਏ। ਹੁਣ ਆ ਦੇਖਿਓ ਰੈਲੀ ਹੁੰਦੀ, ਇੱਥੇ ਵੀ ਕਰੋਨਾ ਮਾਰ ਕੇ ਜਾਵਾਂਗੇ, ਕੋਈ ਗੱਲ ਨਹੀਂ। ਬਿਲਕੁਲ ਜੀ, ਰੈਲੀ ਹੋਏਗੀ, ਹਰ ਹਾਲ ਹੋਏਗੀ, ਇਹ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ। ਤੇ ਨਾਲ ਹੀ ਨੌਜਵਾਨਾਂ ਨੂੰ ਕਿਹਾ ਇਹਨਾਂ ਨੇ, ਤੇ ਲੱਖਾ ਸਿਧਾਣਾ ਨੂੰ ਵੀ ਕਿਹਾ ਵੀ ਡਟ ਕੇ ਨੌਜਵਾਨਾਂ ਨੂੰ ਇਸ ਰੈਲੀ ਦੇ ਵਿੱਚ ਪਹੁੰਚਣ ਦੇ ਲਈ ਕਿਹਾ ਜਾਵੇ। ਜੇਕਰ ਸਮਾਂ ਮਿਲਦਾ ਤਾਂ ਉਹਨਾਂ ਨੂੰ ਵੀ ਜ਼ਰੂਰ ਸਮਾਂ ਦਿੱਤਾ ਜਾਵੇਗਾ, ਕੋਈ ਇਸ਼ੂ ਨਹੀਂ ਕ੍ਰੀਏਟ ਹੁੰਦਾ। ਤੇ ਨਾਲ ਹੀ ਦੀਪ ਸਿੱਧੂ ਨੂੰ ਵੀ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਇਹ ਸੁਨੇਹਾ ਲਾਇਆ ਜਾਵੇ ਵੀ 23 ਮਾਰਚ ਨੂੰ ਖਟਕੜ ਕਲਾਂ ਵਿਖੇ ਪਹੁੰਚਿਆ ਜਾਵੇ, ਤਾਂ ਜੋ ਏਕੇ ਦੀ ਅਸੀਂ ਮਿਸਾਲ ਦੇ ਸਕੀਏ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਖਟਕੜ ਕਲਾਂ।